एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। गुरु नानक देव महाराज ਦੇ ਕੰਠ ਤੋਂ ਜਿਹੜਾ ਮੁਖਵਾਕ ਪ੍ਰਗਟ ਹੋਇਆ ਉਹ ਇਹੀ ਮੂਲ ਮੰਤਰ ਹੈ। ਜਦ ਵੀ ਕੋਈ ਪੂਰੇ ਪ੍ਰਾਣਾਂ ਨਾਲ ਕਿਸੇ ਵੀ ਕਿਰਤ ਨੂੰ ਕਰਦਾ ਹੈ ਉਹੀ ਕਿਰਤ ਮਾਰਗ ਬਣ ਜਾਂਦਾ ਹੈ। ਮਨੁੱਖ ਧਿਆਨ ਕਰੇ ਅਧੂਰਾ ਅਧੂਰਾ ਪੁੱਜ ਨਾ ਸਕੇਗਾ। ਪੂਰੇ ਹਿਰਦੇ ਨਾਲ ਇੱਕ ਗੀਤ ਵੀ ਗਾਇਆ ਜਾਏ ਮਨੁੱਖ ਉਸ ਦੀ ਗੋਦ ਨੂੰ ਪ੍ਰਾਪਤ ਕਰ ਲਵੇਗਾ। ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਨੂੰ ਗਾ ਗਾ ਕੇ ਪਾਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਨਦੀ ਦੇ ਕੰਢੇ 'ਤੇ ਰਾਤ ਦੇ ਹਨੇਰੇ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਬੈਠੇ ਸਨ। ਅਚਾਨਕ ਬਿਨਾਂ ਕੁਝ ਕਹੇ ਉਹ ਨਦੀ 'ਚ ਉਤਰ ਗਏ। ਭਾਈ ਮਰਦਾਨਾ ਜੀ ਪੁੱਛਦੇ ਹੀ ਰਹਿ ਗਏ, ਕੀ ਕਰਦੇ ਹੋ? ਰਾਤ ਠੰਡੀ ਹੈ, ਹਨੇਰੀ ਹੈ। ਪਰ ਸਤਿਗੁਰੂ ਜੀ ਦੂਰ ਨਦੀ ਵਿੱਚ ਚਲੇ ਗਏ। ਮਰਦਾਨੇ ਨੇ ਸੋਚਿਆ ਪਲ ਦੋ ਪਲ ਵਿੱਚ ਬਾਹਰ ਆ ਜਾਣਗੇ, ਪਰ ਸਤਿਗੁਰੂ ਜੀ ਬਾਹਰ ਨਹੀਂ ਆਏ। ਮਰਦਾਨਾ ਪੁਕਾਰਨ ਲੱਗ ਪਿਆ, ਕਿੱਥੇ ਹੋ? ਬੋਲੋ, ਆਵਾਜ਼ ਦਿਓ। ਉਸ ਨੂੰ ਇਵੇਂ ਜਾਪਿਆ ਜਿਵੇਂ ਨਦੀ ਦੀ ਲਹਿਰ ਲਹਿਰ 'ਚੋਂ ਆਵਾਜ਼ ਆਉਂਦੀ ਹੋਵੇ, ਧੀਰਜ ਰੱਖੋ, ਧੀਰਜ ਰੱਖੋ। ਸੰਗਤ ਜੀ 3 ਦਿਨ ਬੀਤ ਗਏ ਨਦੀ ਵਿੱਚ। ਜਿਹੜਾ ਉਹਨਾਂ ਦੇ ਹਿਰਦੇ ਦੀ ਧੜਕਣ ਵਿੱਚ ਪਿਆਸ ਬਣਿਆ ਸੀ ਉਸ ਨੂੰ ਸਾਹਮਣੇ ਵੇਖਿਆ ਤ੍ਰਿਪਤ ਹੋ ਗਏ। ਤਾਂ ਪ੍ਰਮਾਤਮਾ ਨੇ ਕਿਹਾ, ਹੁਣ ਤੂੰ ਜਾ ਤੇ ਜੋ ਮੈਂ ਤੈਨੂੰ ਦਿੱਤਾ ਹੈ ਉਹ ਲੋਕਾਂ ਨੂੰ ਵੰਡ। ਜਪਜੀ ਉਹਨਾਂ ਦੀ ਪਹਿਲੀ ਭੇਟਾ ਹੈ। ਪ੍ਰਮਾਤਮਾ ਕੋਲੋਂ ਪਰਤ ਕੇ ਸੰਗਤ ਜੀ ਗੁਰੂ ਨਾਨਕ ਸਾਹਿਬ ਉਸ ਤੋਂ ਬਿਨਾਂ ਜੀ ਨਹੀਂ ਸੀ ਸਕਦੇ। ਉਹ ਕਹਿੰਦੇ ਹਨ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਜਦ ਤੱਕ ਮਨੁੱਖ ਗਵਾਚ ਨਾ ਜਾਏ ਉਦੋਂ ਤੱਕ ਪਰਮਾਤਮਾ ਨਹੀਂ ਮਿਲਦਾ। ਮਨੁੱਖ ਨਦੀ 'ਚ ਗੁੰਮ ਹੋ ਜਾਏ, ਪਹਾੜੀ 'ਚ ਗੁੰਮ ਹੋ ਜਾਏ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਬਸ ਗੁੰਮ ਹੋ ਜਾਣਾ ਹੀ ਉਸ ਦਾ ਹੋਣਾ ਹੈ। ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਰੂਪ ਹਨ। ਸਾਹਿਬ ਦਾ ਇੱਕ ਇੱਕ ਸ਼ਬਦ ਬਹੁਮੁੱਲਾ ਹੈ। ਇੱਕ ਇੱਕ ਸ਼ਬਦ ਨੂੰ ਮਨੁੱਖ ਕੋਈ ਕੀਮਤ ਨਹੀਂ ਦੇ ਸਕਦਾ। ਇੱਕ ਇੱਕ ਸ਼ਬਦ ਵੇਦ ਵਚਨ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਕੰਠ ਤੋਂ ਜਿਹੜਾ ਮੁਖਵਾਕ ਪ੍ਰਗਟ ਹੋਇਆ ਉਹ ਇਹੀ ਮੂਲ ਮੰਤਰ ਹੈ। ਇਸ ਮੂਲ ਮੰਤਰ ਦਾ ਪਹਿਲਾ ਅੱਖਰ ਇੱਕ ਹੈ। ਮੈਥਮੈਟਿਕਸ ਦੀ ਦੁਨੀਆ ਵਿੱਚ ਇਹ ਇੱਕ ਹਿੰਸਾ ਹੈ, ਪਰ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਵਿੱਚ ਇਹ ਇੱਕ ਬ੍ਰਹਮ ਵਾਕ ਹੈ। ਧਰਮ ਦੀ ਸਾਧਨਾ ਇਸੇ 'ਤੇ ਖੜੀ ਹੈ ਕਿ ਸਮੂਹ ਬ੍ਰਹਮੰਡ ਵਿੱਚ ਇੱਕ ਨੂੰ ਤਲਾਸ਼ ਕੀਤਾ ਜਾਏ। ਉਹ ਇੱਕ ਜੋ ਏਕਤਾ ਦਾ ਮੂਲ ਆਧਾਰ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕੰਠ ਤੋਂ ਜੋ ਇਹ ਪਹਿਲਾ ਮੁਖਵਾਕ ਨਿਕਲਿਆ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ, ਪਹਿਲੇ ਪਾਤਸ਼ਾਹ ਜੀ ਦੀ ਪਹਿਲੀ ਬਾਣੀ ਔਰ ਜਪਜੀ ਸਾਹਿਬ ਜੀ ਦਾ ਮੰਗਲਾ ਚਰਨ ਹੈ। ਇਸ ਦੀ ਮਹਿਮਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਕਰਦੇ ਨੇ, ਔਖਦ ਮੂਲ ਮੰਤਰ ਮਨ ਇੱਕ ਹੈ, ਜੇਕਰ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰਹੇ। ਅਰਥਾਤ ਅਨੰਤ ਜਨਮਾਂ ਦੇ ਪਾਪ ਸੰਸਕਾਰ ਇਸ ਮੂਲ ਮੰਤਰ ਦੇ ਜਾਪ ਕਰਨ ਨਾਲ ਕੱਢ ਜਾਂਦੇ ਨੇ। ਇਹ ਮੂਲ ਮੰਤਰ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਉਹ ਇੱਕ ਹੈ। ਉਹ ओंकार स्वरूप है, सतनाम है, करता पुरख है, पह तो रहत है, वैर तो रहत है, कालातीत मूर्ति है, अयोनी है, आपे आप है। ऐसा परमात्मा गुरु की कृपा नाल प्राप्त होता है। देयर इज बट वन गॉड
True is his name, creative his personality, and immortal his form. He is without fear, sense, enmity, and self illumined by the Guru's grace. He is obtained. ਜੋ ਵੀ ਸਾਨੂੰ ਦਿਖਾਈ ਦਿੰਦਾ ਹੈ ਉਹੀ ਅਨੇਕ ਹੈ। ਮਨੁੱਖ ਸਮੁੰਦਰ ਦੇ ਕੰਢੇ ਜਾਂਦਾ ਹੈ, ਲਹਿਰਾਂ ਦਿਖਾਈ ਦਿੰਦੀਆਂ ਹਨ, ਸਮੁੰਦਰ ਦਿਖਾਈ ਨਹੀਂ ਦਿੰਦਾ। ਸਮੁੰਦਰ ਨੂੰ ਦੇਖਣ ਦਾ ਇਹ ਢੰਗ ਨਹੀਂ ਹੈ। ਜੋ ਬਣਦਾ ਹੈ, ਮਿਟਦਾ ਹੈ, ਉਹ ਸੁਪਨਾ ਹੈ। ਲਹਿਰਾਂ ਸੁਪਨਾ ਹਨ, ਸਮੁੰਦਰ ਸੱਚ ਹੈ। ਅਣਗਿਣਤ ਲਹਿਰਾਂ ਹਨ, ਸਾਗਰ ਇੱਕ ਹੈ। ਜਦ ਤੱਕ ਇੱਕ ਨਾ ਵਿਖਾਈ ਦੇਵੇ ਤਦ ਤੱਕ ਮਨੁੱਖ ਭਟਕਦਾ ਹੈ, ਕਿਉਂਕਿ ਇੱਕ ਸੱਚ ਹੈ, ਇੱਕ ਓਂਕਾਰ ਸਤਨਾਮ। ਸਾਹਿਬ ਕਹਿੰਦੇ ਹਨ ਕਿ ਉਹ ਇੱਕ ਦਾ ਜੋ ਨਾਮ ਹੈ ਉਹੀ ਇੱਕ ਓਂਕਾਰ ਹੈ। ਹੋਰ ਸਾਰੇ ਨਾਮ ਤਾਂ ਆਦਮੀ ਦੇ ਦਿੱਤੇ ਹੋਏ ਹਨ। ਰਾਮ ਕਹੋ, ਕ੍ਰਿਸ਼ਨ ਕਹੋ, ਅੱਲਾ ਕਹੋ, ਵਾਹਿਗੁਰੂ ਕਹੋ, ਇਹ ਨਾਮ ਆਦਮੀ ਨੇ ਦਿੱਤੇ ਹੋਏ ਹਨ। ਪਰ ਇੱਕ ਜੋ ਨਾਮ ਹੈ, ਇੱਕ ਓਂਕਾਰ ਹੈ, ਓਮ ਹੈ, ਇਹ ਮਨੁੱਖ ਨੇ ਨਹੀਂ ਦਿੱਤਾ। ਸਾਹਿਬ ਕਹਿੰਦੇ ਹਨ ਇੱਕ ਓਂਕਾਰ ਸਤਨਾਮ। ਸਤ ਸ਼ਬਦ ਦੀ ਪਰਿਭਾਸ਼ਾ, ਸਤ ਸ਼ਬਦ ਨੂੰ ਵੀ ਸਮਝਣਾ ਹੋਵੇਗਾ। ਸੰਗਤ ਜੀ, ਸੰਸਕ੍ਰਿਤ ਵਿੱਚ ਦੋ ਸ਼ਬਦ ਹਨ, ਇੱਕ ਸਤ ਅਤੇ ਦੂਜਾ ਸਤਯ। ਸਤ ਦਾ ਅਰਥ ਹੁੰਦਾ ਹੈ ਐਗਜ਼ਿਸਟੈਂਸ, ਕੁਦਰਤ, ਅਤੇ ਸਤਯ ਦਾ ਅਰਥ ਹੁੰਦਾ ਹੈ ਟਰੂਥ, ਸੱਚਾਈ। ਦੋਹਾਂ ਵਿੱਚ ਬਹੁਤ ਫਰਕ ਹੈ। ਸਤਯ ਕੀ ਹੈ? ਵਾਟ ਇਜ਼ ਟਰੂਥ? ਜਿਵੇਂ 2 ਅਤੇ 2 ਮਿਲ ਕੇ 4 ਹੁੰਦੇ ਨੇ, ਇਹ ਸਤਯ ਹੈ। ਇਹ ਮੈਥਮੈਟਿਕਸ ਦਾ ਫਾਰਮੂਲਾ ਹੈ, ਪਰ ਸਤ ਨਹੀਂ ਹੈ, ਕਿਉਂਕਿ ਇਹ ਮਨੁੱਖ ਦਾ ਹਿਸਾਬ ਹੈ। ਦਿਸ ਇਜ਼ ਟਰੂ ਬਟ ਨੋਟ ਐਗਜ਼ਿਸਟੈਂਸ਼ੀਅਲ। ਇਹ ਸਤਯ ਤਾਂ ਹੈ, ਸੱਚ ਨਹੀਂ ਹੈ। ਸੁਪਨਾ ਸਤ ਤਾਂ ਹੈ, ਪਰ ਸਤਯ ਨਹੀਂ ਹੈ। ਪਰਮਾਤਮਾ ਦੋਨੋਂ ਹੈ, ਸਤ ਵੀ ਅਤੇ ਸਤਯ ਵੀ, ਅਤੇ ਇਸ ਲਈ ਨਾ ਤਾਂ ਉਸ ਨੂੰ ਵਿਗਿਆਨ ਨਾਲ ਪਾਇਆ ਜਾ ਸਕਦਾ ਹੈ, ਨਾ ਹੀ ਹਿਸਾਬ ਨਾਲ ਪਾਇਆ ਜਾ ਸਕਦਾ ਹੈ। ਇੱਕ ਓਂਕਾਰ ਸਤਨਾਮ ਵਿੱਚ ਸਤ ਅਤੇ ਸਤਯ ਦੋਨੋਂ ਨੇ। ਕਰਤਾ ਪੁਰਖ। ਸਾਹਿਬ ਕਹਿੰਦੇ ਹਨ ਉਹੀ ਬਣਾਉਣ ਵਾਲਾ ਹੈ, ਪਰ ਜੋ ਉਸਨੇ ਬਣਾਇਆ ਹੈ ਉਹ ਉਸ ਕੋਲੋਂ ਵੱਖਰਾ ਨਹੀਂ ਹੈ। ਬਣਾਉਣ ਵਾਲਾ ਬਣਾਈ ਹੋਈ ਸ੍ਰਿਸ਼ਟੀ ਵਿੱਚ ਲੁਕਿਆ ਹੈ। ਕਰਤਾ ਕ੍ਰਿਤ ਵਿੱਚ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਗ੍ਰਹਸਥ ਅਤੇ ਸੰਨਿਆਸੀ ਨੂੰ ਵੱਖਰਾ ਨਹੀਂ ਕੀਤਾ। ਕਿਹਾ ਜਾ ਸਕਦਾ ਹੈ ਦ ਕ੍ਰੀਏਟਰ ਇਜ਼ ਦ ਕ੍ਰੀਏਸ਼ਨ, ਔਰ ਇਹ ਵੀ ਕਹਿ ਸਕਦੇ ਹਾਂ ਦ ਕ੍ਰੀਏਟਰ ਇਜ਼ ਨਥਿੰਗ ਬਟ ਦ ਕ੍ਰੀਏਟੀਵਿਟੀ। ਬਣਾਉਣ ਵਾਲਾ ਸਿਰਜਣ ਦੀ ਪ੍ਰਕਿਰਿਆ ਹੈ, ਉਹ ਆਪ ਬਣਾਉਣ ਵਾਲਾ ਹੈ, ਨਿਰਭਉ। ਉਹ ਪਰਿਪੂਰਨ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ। ਮਨੁੱਖ ਡਰਦਾ ਹੈ ਕੋਈ ਖੋ ਨਾ ਲਵੇ, ਕੋਈ ਸੁਰੱਖਿਆ ਨਾ ਤੋੜ ਦੇਵੇ। ਉਸ ਪਰਮਾਤਮਾ ਵਰਗਾ ਕੋਈ ਦੂਜਾ ਹੈ ਹੀ ਨਹੀਂ। ਉਸ ਤੋਂ ਕੌਣ ਖੋ ਸਕਦਾ ਹੈ? ਅਤੇ ਜਿਹੜਾ ਉਸ ਦਾ ਸਿਮਰਨ ਕਰਦਾ ਹੈ ਉਸ ਦਾ ਵੀ ਭੈ ਦੂਰ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਵੈਰ, ਉਹ ਵੈਰ ਤੋਂ ਰਹਿਤ ਹੈ। ਅਤੇ ਜਿਸ ਨੇ ਮਨ ਵਿੱਚ ਇੱਕ ਓਂਕਾਰ ਸਤਨਾਮ ਦਾ ਜਾਪ ਕੀਤਾ, ਅਥਵਾ ਜਿਸ ਦੇ ਮਨ ਵਿੱਚ ਇੱਕ ਓਂਕਾਰ ਸਤਨਾਮ ਛਾ ਗਿਆ, ਉਹ ਵੀ ਨਿਰਵੈਰ ਹੋ ਜਾਂਦਾ ਹੈ। ਉਹ ਵੀ ਕਿਸੇ ਨਾਲ ਕੋਈ ਵੈਰ ਨਹੀਂ ਕਰਦਾ। ਅਕਾਲ ਮੂਰਤ, ਉਹ ਪਰਮਾਤਮਾ ਕਾਲ ਤੋਂ ਰਹਿਤ ਹੈ, ਕਾਲਾਤੀਤ ਮੂਰਤੀ ਹੈ, ਸਮੇਂ ਦੇ ਪਾਰ ਹੈ, ਬਿਯੋਂਡ ਇਟ ਮੀ ਹੈ, ਅਜੂਨੀ ਸੈਭੰ। ਸਾਹਿਬ ਕਹਿੰਦੇ ਹਨ ਉਹ ਕਿਸੇ ਯੋਨੀ ਤੋਂ ਪੈਦਾ ਨਹੀਂ ਹੁੰਦਾ। ਪਰਮਾਤਮਾ ਦਾ ਨਾ ਕੋਈ ਪਿਤਾ ਹੈ ਨਾ ਮਾਤਾ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ। ਉਹ स्वयं हुआ है, कोई सहारा नहीं, किसी कारण तो नहीं, कोई आधार नहीं,
अपना ही आधार है। गुर प्रसाद ऐसा परमात्मा गुरु ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੰਗਤ ਜੀ, ਪਰਮਾਤਮਾ ਨੂੰ ਪਾਉਣ ਵਿੱਚ ਕੋਈ ਅੜਚਨ ਨਹੀਂ, ਸਿੱਧੇ ਹੀ ਪਾਇਆ ਜਾ ਸਕਦਾ ਹੈ ਕਿਉਂਕਿ ਉਹ ਸਾਰੇ ਪਾਸੇ ਮੌਜੂਦ ਹੈ। ਪਰ ਇੱਕ ਅੜਚਨ ਹੈ ਹੰਕਾਰ ਦੀ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਬਸ ਹੰਕਾਰ ਨੂੰ ਹੀ ਮਿਟਾਉਣਾ ਹੋਏਗਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਪਰਮਾਤਮਾ ਆਦਿ ਤੋਂ ਸੱਚ ਹੈ, ਯੁਗਾਂ ਦੇ ਆਰੰਭ ਤੋਂ ਸੱਚ ਹੈ, ਹੁਣੇ ਸੱਤਿਆ ਹੈ। ਸਾਹਿਬ ਕਹਿੰਦੇ ਹਨ ਉਹ ਸਦਾ ਸੱਤਿਆ ਹੈ, ਭਵਿੱਖ ਵਿੱਚ ਵੀ ਸੱਤਿਆ ਹੈ। ਸੰਗਤ ਜੀ, ਜਦ ਗੁੱਸਾ ਆਏ ਤਦ ਆਪਣੇ ਮਨ ਵਿੱਚ ਦੁਹਰਾਉਣਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਫ਼ਰਤ ਆਵੇ, ਲੋਭ ਆਵੇ ਤਾਂ ਇਹੀ ਦੁਹਰਾਉਣਾ। ਧਿਆਨ ਰੱਖਣਾ, ਗੁਰੂ ਕਿਰਪਾ ਨਾਲ ਸਭ ਗੁਆਚ ਜਾਏਗਾ। ਸੰਗਤ ਜੀ, ਜੇਕਰ ਇੱਕ ਮਨ ਇੱਕ ਚਿੱਤ ਹੋ ਕੇ ਮੂਲ ਮੰਤਰ ਦਾ ਹੀ ਪਾਠ ਕੀਤਾ ਜਾਏ ਤਾਂ ਮਨੁੱਖ ਦੀ ਸਾਰੀ ਭਟਕਣਾ ਦੂਰ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।